Hello students, today we are going to discuss the topic law of demand. So in last lecture we discussed about what is law of demand and what are their assumptions. But today we are going to discuss our next topic, why demand curve slopes downward. So ਇਹਦਾ ਮਤਲਬ ਕੀ ਹੈ ਰਾਜੇ, ਜਿਹੜੀ ਡਿਮਾਂਡ ਕਰਵ ਸੀ ਉਹ ਆਪਣਾ ਲੈਫਟ ਟੂ ਰਾਈਟ ਕਿਉਂ ਹੁੰਦਾ, ਰੀਜ਼ਨ ਕੀ ਉਹਦੇ ਪਿੱਛੇ, ਠੀਕ ਹੈ ਜੀ। ਸੋ ਦੇਰ ਆਰ ਬੇਸਿਕਲੀ ਮੇਜਰ 5 ਰੀਜ਼ਨਸ. First is law of diminishing marginal utility. So first of all you all need to understand what is law of diminishing marginal utility. When a consumer consumes more and more units of any commodity, then satisfaction derived from each unit of commodity goes on diminishing. That means कि राजे जेकर एक person consumer कौन होंदा, consumer ਉਹ ਵਾਲਾ person ਹੁੰਦਾ ਜਿਹੜਾ ਐਕਚੁਅਲ ਦੇ ਵਿੱਚ ਕਿਸੇ ਚੀਜ਼ ਨੂੰ ਖਰੀਦ ਕੇ ਯੂਜ਼ ਕਰ ਰਿਹਾ। ਸੋ ਜਦੋਂ ਇੱਕ ਕੰਜ਼ਿਊਮਰ ਜੇ ਜ਼ਿਆਦਾ ਤੋਂ ਜ਼ਿਆਦਾ ਕਿਸੇ ਵੀ ਕਮੋਡਿਟੀ, ਕਿਸੇ ਪ੍ਰੋਡਕਟ ਦੇ ਯੂਨਿਟਸ ਹੈਗੀਆਂ ਉਹਨਾਂ ਨੂੰ ਕੰਜ਼ਿਊਮ ਕਰਦਾ, ਉਹਨਾਂ ਨੂੰ ਯੂਜ਼ ਕਰਦਾ, ਤਾਂ ਜਿਹੜੀ ਉਸ ਤੋਂ ਸੈਟਿਸਫੈਕਸ਼ਨ ਆ ਰਹੀ ਹੁੰਦੀ ਹੈ ਜੋ ਘਟਣੀ ਸ਼ੁਰੂ ਹੋ ਜਾਂਦੀ ਹੈ। ਲਾਈਕ ਸਪੋਜ਼ ਕਰੋ ਤੁਹਾਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੈ, ਠੀਕ ਹੈ ਜੀ, ਤੁਸੀਂ ਇੱਕ ਗਲਾਸ ਪਾਣੀ ਪੀਓਗੇ, ਤੁਹਾਡੀ ਪਿਆਸ ਬੁੱਝ ਜੂਗੀ, ਤੁਹਾਡਾ ਸੈਟਿਸਫੈਕਸ਼ਨ ਲੈਵਲ ਘੱਟ ਜੂ, ਠੀਕ ਹੈ ਜੀ, ਮਤਲਬ ਫੁੱਲ ਹੋ ਜੂ। ਸੈਕਿੰਡ ਜਦੋਂ ਤੁਸੀਂ ਰਜੇ ਇੱਕ ਗਲਾਸ ਹੋਰ ਪੀਤਾ ਹੈ ਨਾ, ਤੁਹਾਡਾ ਸੈਟਿਸਫੈਕਸ਼ਨ ਲੈਵਲ ਹੋਰ ਘੱਟ ਜੂ। ਫਿਰ ਜਦੋਂ ਤੁਹਾਡਾ ਪੇਟ ਫੁੱਲ ਹੋ ਗਿਆ, ਜੇਕਰ ਉਸ ਤੋਂ ਬਾਅਦ ਵੀ ਰਜੇ ਤੁਸੀਂ ਮਤਲਬ ਪਾਣੀ ਪੀ ਜਾਓਗੇ, ਠੀਕ ਹੈ, ਉਹਦੇ ਨਾਲ ਕੀ ਹੋ ਜਾਊਗਾ, ਤੁਹਾਡਾ ਜਿਹੜਾ ਸੈਟਿਸਫੈਕਸ਼ਨ ਲੈਵਲ ਆ ਨਾ ਉਹ ਡਿਕਰੀਜ਼ ਹੁੰਦਾ ਜਾਊਗਾ। ਸੋ ਲਾਅ ਆਫ ਡਿਮਾਂਡ ਇੱਥੇ ਕਿੱਦਾਂ ਐਪਲੀਕੇਬਲ ਹੋਊਗਾ ਰਾਜੇ, ਇੱਕ ਕੰਜ਼ਿਊਮਰ ਜਿਹੜਾ ਹੁੰਦਾ ਉਹ ਰੈਡੀ ਟੂ ਬਾਏ ਅ ਪ੍ਰੋਡਕਟ ਓਨਲੀ ਵੈਨ ਹੀ ਨੀਡਸ ਟੂ ਪੇ ਲੈਸ ਪ੍ਰਾਈਸ ਫॉर ਇਟ, ਠੀਕ ਹੈ ਜੀ। ਇੱਕ ਕੰਜ਼ਿਊਮਰ ਕਿਸੇ ਵੀ ਚੀਜ਼ ਨੂੰ ਰਾਜੇ ਉਦੋਂ ਖਰੀਦਣ ਲਈ ਰੈਡੀ ਹੋਊਗਾ ਜੇਕਰ ਉਹਨੂੰ ਉਸ ਚੀਜ਼ ਦੇ ਲਈ ਘੱਟ ਪ੍ਰਾਈਸ ਪੇ ਕਰਨਾ ਪਊਗਾ, ਠੀਕ ਹੈ ਜੀ। ਜਾਂ ਆਪਾਂ ਇਹ ਕਹਿ ਸਕਦੇ ਹੈਗੇ ਵੀ ਇੱਕ ਜਿਹੜਾ ਕੰਜ਼ਿਊਮਰ ਹੈਗਾ ਉਦੋਂ ਤੱਕ ਚੀਜ਼ ਨੂੰ ਖਰੀਦੂਗਾ ਜਦੋਂ ਤੱਕ ਉਹਦਾ ਜਿਹੜਾ ਸੈਟਿਸਫੈਕਸ਼ਨ ਲੈਵਲ ਹੈਗਾ ਉਹ ਉਹਦੇ ਜਿੰਨਾ ਉਹਨੇ ਪ੍ਰਾਈਸ ਲਾਈਕ ਉਹਨੇ ਪ੍ਰਾਈਸ ਪੇ ਕੀਤਾ ਰਾਜੇ ਦੇ ਬਰਾਬਰ ਨਹੀਂ ਹੋ ਜਾਂਦਾ। ਲਾਈਕ ਜਿਵੇਂ ਆਪਾਂ ਵੀ ਆ ਕੋਈ ਚੀਜ਼ ਆਪਾਂ ਜਦੋਂ ਪਰਚੇਜ਼ ਕਰਦੇ ਹਾਂ, ਠੀਕ ਹੈ ਜੀ, ਆਪਾਂ ਉਹਨੂੰ ਉਦੋਂ ਤੱਕ ਯੂਜ਼ ਕਰਦੇ ਹਾਂ ਜਦੋਂ ਤੱਕ ਆਪਾਂ ਨੂੰ ਪੂਰਾ ਪੈਸਾ ਵਸੂਲ ਨਹੀਂ ਹੋ ਜਾਂਦਾ, ਠੀਕ ਹੈ ਜੀ। ਸੈਕਿੰਡ ਰਾਜੇ ਸੋ ਇਹਦੇ 'ਚ ਇਹ ਵੀ ਜਿਵੇਂ ਜਿਵੇਂ ਪ੍ਰਾਈਸ ਵੱਧਦਾ ਜਾਊਗਾ ਰਾਜੇ ਉਹਦੀ ਡਿਮਾਂਡ ਜਿਹੜੀ ਹੈਗੀ ਓਬਵੀਅਸਲੀ ਪਰਸਨ ਜਿਹੜਾ ਹੈਗਾ ਆਪਦੀ ਡਿਮਾਂਡ ਨੂੰ ਘਟਾਉਂਦਾ ਜਾਂਦਾ। ਸੈਕਿੰਡ ਹੈਗਾ ਰਾਜੇ ਇਨਕਮ ਇਫੈਕਟ। ਸੋ ਵਟ ਇਜ਼ ਇਨਕਮ ਇਫੈਕਟ? ਇਨਕਮ ਇਫੈਕਟ ਮੀਨਸ like a change in person's real income. Real income ਕਿਹੜੀ ਹੁੰਦੀ ਹੈ ਜੀ? Real income is that income which is termed or measured in the terms of the goods and service. Real income ਉਹ ਵਾਲੀ ਇਨਕਮ ਹੁੰਦੀ ਹੈ ਜਿਹੜੀ ਇੱਕ ਪਰਸਨ ਨੂੰ ਰਿਸੀਵ ਹੁੰਦੀ ਹੈਗੀ ਜਦੋਂ ਕਿਸੇ ਪ੍ਰੋਡਕਟ ਦਾ ਜਿਹੜਾ ਪ੍ਰਾਈਸ ਹੈਗਾ ਉਹ ਚੇਂਜ ਹੁੰਦਾ, ਠੀਕ ਹੈ ਜੀ। ਰੀਅਲ ਇਨਕਮ is that income which a person receives or gets when any change in or commodities price, ਠੀਕ ਹੈ ਜੀ। ਸਪੋਜ਼ ਦੇਖੋ ਰਾਜੇ ਜੇਕਰ ਕਿਸੇ ਜਿਹੜਾ ਪ੍ਰੋਡਕਟ ਹੈਗਾ, ਠੀਕ ਹੈ, ਉਹਦਾ ਪ੍ਰਾਈਸ ਸਪੋਜ਼ ਕਰੋ ਡਿਕਰੀਜ਼ ਹੋ ਰਿਹਾ, ਐਰੋ ਲਗਾ ਰਹੀ ਹੈ, ਡੈਟ ਮੀਨਸ ਦਿਸ ਐਰੋ ਸ਼ੋਜ਼ ਲਾਈਕ ਡਾਊਨਵਰਡ ਜਾ ਰਿਹਾ ਰਾਜੇ, ਡੈਟ ਮੀਨਸ ਕਿ ਜਿਹੜੇ ਪ੍ਰਾਈਸ ਹੈਗਾ ਉਹ ਡਾਊਨਵਰਡ ਮਤਲਬ ਡਿਕਰੀਜ਼ ਹੋ ਰਿਹਾ। ਜੇਕਰ ਰਾਜੇ ਪ੍ਰਾਈਸ ਡਿਕਰੀਜ਼ ਹੋ ਰਿਹਾ ਕਿਸੇ ਵੀ ਪ੍ਰੋਡਕਟ ਦਾ, ਇਟ ਡੈਫੀਨੇਟਲੀ ਲੀਡਸ ਟੂ ਲਾਈਕ ਜਿਹੜੀ ਉਹਦੀ ਪਰਸਨ ਦੀ ਰੀਅਲ ਇਨਕਮ ਹੋਊਗੀ ਰਾਜੇ ਉਹ ਕੀ ਹੋ ਜੂਗੀ। ਸੋ ਵੈਨ ਦਾ price of any product decrease, the real income of the person increase and the demand for that product definitely increase. Like suppose one person has an income of like 100 rupees. ਇੱਕ ਪਰਸਨ ਦੀ ਜਿਹੜੀ ਇਨਕਮ ਹੈ ਰਾਜੇ ਉਹ ਸਪੋਜ਼ ਕਰੋ ਵੀ 100 ਰੁਪੀਜ਼ ਦੀ ਹੈ, ਸੌਰੀ 100 ਰੁਪੀਜ਼ ਦੀ ਹੈ, ਠੀਕ ਹੈ। ਕਿਸੇ ਪ੍ਰੋਡਕਟ ਦਾ ਜਿਹੜਾ ਪ੍ਰਾਈਸ ਸੀਗਾ ਰਾਜੇ ਉਹ ਹੈਗਾ ਕਿ 10 ਰੁਪਏ ਹੈਗਾ, ਠੀਕ ਹੈ। ਸਪੋਜ਼ ਕਰੋ ਇਸ ਤੋਂ ਬਾਅਦ ਕੀ ਹੈ ਜੇਕਰ ਉਸ ਪ੍ਰੋਡਕਟ ਦਾ ਜਿਹੜਾ ਪ੍ਰਾਈਸ ਹੈਗਾ ਉਹ ਡਿਕਰੀਜ਼ ਹੋ ਕੇ
5 ਰਹਿ ਜਾਂਦਾ। ਪਹਿਲਾਂ 10 ਰੁਪਏ ਪ੍ਰਾਈਸ ਸੀਗਾ ਤਾਂ ਉਹ ਜਿਹੜਾ ਪਰਸਨ ਸੀ ਉਸ ਦੀ 1 ਯੂਨਿਟ ਹੀ ਪਰਚੇਸ ਕਰ ਸਕਦਾ ਸੀਗਾ, ਬਟ ਨਾਓ ਪ੍ਰਾਈਸ ਜਿਹੜਾ ਹੈਗਾ ਉਹ ਡਿਕਰੀਜ਼ ਹੋ ਗਿਆ, ਜਿਹਦੇ ਕਰਕੇ ਕੀ ਹੋ ਗਿਆ ਰਾਜੇ, ਉਹ ਹੁਣ ਏਬਲ ਹੋ ਗਿਆ ਵੀ ਉਹ 5 ਰੁਪਏ ਦੀ ਇੱਕ ਚੀਜ਼ ਮਿਲਣ ਲੱਗ ਪਈ। ਦੈਟ ਮੀਨਸ ਕਿ ਉਹ ਏਬਲ ਹੋ ਗਿਆ, ਉਹ ਇੱਕ ਦੀ ਜਗ੍ਹਾ 'ਤੇ ਹੁਣ 2 ਯੂਨਿਟ ਖਰੀਦ ਸਕਦਾ, ਪਹਿਲਾਂ ਖਰੀਦ ਸਕਦਾ ਸੀਗਾ। ਅਤੇ ਦੂਜੀ ਗੱਲ ਇਹ ਹੈ, ਜੇ ਉਹ 100 ਰੁਪਏ ਦੇ ਵਿੱਚੋਂ 10 ਰੁਪਏ ਪਹਿਲਾਂ ਇੱਧਰ ਸਪੈਂਡ ਕਰਦਾ ਸੀਗਾ ਤਾਂ ਉਹਦੇ ਕੋਲ ਕਿੰਨੇ ਬਚਦੇ ਸੀਗੇ, 90। ਬਟ ਹੁਣ ਕੀ ਹੈ ਜੋ ਇੱਧਰ 5 ਰੁਪਏ ਹੀ ਸਪੈਂਡ ਕਰੂਗਾ, ਸੋ ਉਹਦੇ ਕੋਲ ਕਿੰਨੇ ਬਚ ਗਏ, 95। ਇਹਦਾ ਮਤਲਬ ਕੀ ਹੋ ਗਿਆ ਰਾਜੇ, ਕਿਸੇ ਪ੍ਰੋਡਕਟ ਦਾ ਜਿਹੜਾ ਪ੍ਰਾਈਸ ਹੈਗਾ ਉਹ ਘਟਣ ਦੇ ਕਰਕੇ ਜਿਹੜੀ ਪਰਸਨ ਦੀ ਜਿਹੜੀ ਇਨਕਮ ਹੈਗੀ ਹੈ ਪਹਿਲਾਂ 90 ਸੀਗੀ, ਉਹ 95 ਹੋ ਗਈ। ਠੀਕ ਹੈ, ਜਿਹੜਾ ਉਹਦੀ ਇਨਕਮ ਦੇ ਵਿੱਚ ਚੇਂਜ ਆਉਂਦਾ, ਮਤਲਬ ਜਿਹੜੀ ਇਨਕਮ ਵੱਧਦੀ ਹੈਗੀ ਉਹ ਰੀਅਲ ਇਨਕਮ ਹੁੰਦੀ ਆ। ਸੋ ਉਹੀ ਚੀਜ਼ ਇੱਥੇ ਐਕਸਪਲੇਨ ਕੀਤੀ ਹੋਈ ਹੈ ਵੀ ਜਦੋਂ ਕਿਸੇ ਪ੍ਰੋਡਕਟ ਦਾ ਜਿਹੜਾ ਪ੍ਰਾਈਸ ਹੈਗਾ ਰਾਜੇ ਉਹ ਡਿਕਰੀਜ਼ ਹੁੰਦਾ ਤਾਂ ਉਹ ਪਰਸਨ ਜਿਹੜੀ ਰੀਅਲ ਇਨਕਮ ਹੈਗੀ ਉਹ ਇਨਕਰੀਜ਼ ਹੋ ਜਾਂਦੀ ਆ, ਅਤੇ ਉਹਦੀ ਡਿਮਾਂਡ ਵੀ ਇਨਕਰੀਜ਼ ਹੋ ਜਾਂਦੀ ਆ। ਐਂਡ ਜਦੋਂ ਉਸ ਪ੍ਰੋਡਕਟ ਦਾ ਜਿਹੜਾ ਪ੍ਰਾਈਸ ਹੈਗਾ ਇਨਕਰੀਜ਼ ਹੋ ਜਾਂਦਾ, ਰੀਅਲ ਇਨਕਮ ਦਾ ਪਰਸਨ ਡਿਕਰੀਜ਼ ਐਂਡ ਦਾ ਡਿਮਾਂਡ ਇਜ਼ ਆਲਸੋ ਡਿਕਰੀਜ਼। Substitution effect. Substitute products are those products which are used at the place of each other, like they have similar features, similar qualities, so a consumer or the people can use that product at the place of each other. Like we can shift the demand from one product to another product easily. Like we take the example of tea and coffee, or Coca-Cola and Pepsi. So when the price of tea, like price of one product like tea ਦਾ ਜਦੋਂ ਪ੍ਰਾਈਸ ਇਨਕਰੀਜ਼ ਹੁੰਦਾ ਤਾਂ ਡਿਮਾਂਡ ਫॉर ਟੀ ਡਿਕਰੀਜ਼, ਅਤੇ ਜਿਹੜੀ ਟੀ ਦੀ ਜਿਹੜੀ ਡਿਮਾਂਡ ਹੈਗੀ ਹੈ ਰਾਜੇ ਉਹ ਵੀ ਡਿਕਰੀਜ਼ ਹੋ ਜਾਂਦੀ। ਜਦੋਂ ਟੀ ਦਾ ਪ੍ਰਾਈਸ ਵਧੂਗਾ ਤਾਂ ਲੋਕ ਟੀ ਦੀ ਡਿਮਾਂਡ ਨੂੰ ਮਤਲਬ ਉਹਨੂੰ ਖਰੀਦਣਾ ਘੱਟ ਕਰ ਦੇਣਗੇ। ਐਂਡ ਡਿਮਾਂਡ ਫॉर ਕੌਫੀ ਇਨਕਰੀਜ਼, ਅਤੇ ਕੌਫੀ ਜਿਹੜੀ ਡਿਮਾਂਡ ਹੈਗੀ ਉਹ ਵੱਧ ਜੂਗੀ। ਸੇਮ ਐਸੇ ਇਨ ਦਾ ਕੇਸ ਆਫ ਕੋਕਾ-ਕੋਲਾ ਐਂਡ ਪੈਪਸੀ, ਜੇਕਰ ਜੇ ਕੋਕਾ-ਕੋਲਾ ਦਾ ਜਿਹੜਾ ਪ੍ਰਾਈਸ ਹੈਗਾ ਉਹ ਵੱਧ ਜੂਗਾ, ਠੀਕ ਹੈ, ਅਤੇ ਜਿਹੜੀ ਡਿਮਾਂਡ ਹੈਗੀ ਹੈ ਰਾਜੇ ਉਹ ਕਿਹਦੀ ਵਧੂਗੀ, ਪੈਪਸੀ ਦੀ। ਠੀਕ ਹੈ ਜੀ, ਕੋਕਾ-ਕੋਲਾ ਦਾ ਪ੍ਰਾਈਸ ਵਧਿਆ ਅਤੇ ਡਿਮਾਂਡ ਕਿਹਦੀ ਵਧੂਗੀ, ਪੈਪਸੀ ਦੀ। ਕਿਉਂ, ਕਿਉਂਕਿ ਰਾਜੇ ਬਿਕੋਜ਼ ਜਿਹੜੇ ਲੋਕ ਹੈਗੇ ਪੀਪਲ ਕੰਜ਼ਿਊਮਰ ਸ਼ਿਫਟ ਦੇਅਰ ਡਿਮਾਂਡ ਫਰੋਮ ਕੋਕਾ-ਕੋਲਾ ਟੂ ਪੈਪਸੀ ਡਿਊ ਟੂ ਦੇਅਰ ਰਾਈਜ਼ ਇਨ ਦਾ ਪ੍ਰਾਈਸ। ਸੋ ਨੈਕਸਟ ਇਜ਼ the size of the consumer group. Size of the consumer group means when any company increase the price of their product, like increase the price of their product, some consumers not able to buy that product. So the company when the company reduce the price, many consumers are ready to buy the product at any cost, at any price. So next is size of the consumer group. Size of the consumer group include like when the price of any product increase, then like consumers are not able to buy that product. So when the price of any product decrease, the new consumers attract or ready to buy that product because of their low price. And also like some other consumers which ਜਿਹੜੇ ਪਹਿਲਾਂ ਏਬਲ ਨਹੀਂ ਸੀਗੇ ਉਸ ਪ੍ਰੋਡਕਟ ਨੂੰ ਖਰੀਦਣ ਲਈ ਬਿਕੋਜ਼ ਉਹਦਾ ਪ੍ਰਾਈਸ ਬਹੁਤ ਜ਼ਿਆਦਾ ਸੀਗਾ, ਬਟ ਨਾਓ ਜਦੋਂ ਉਹਦਾ ਪ੍ਰਾਈਸ ਘੱਟ ਗਿਆ, ਠੀਕ ਹੈ, ਲਾਈਕ ਆਈ ਡਰੋ ਐਰੋਜ਼, like when the price of any product decrease, new consumers increase, the amount of new consumers increase, and the demand for their product is also increase. So when the price of any product increase, ਨਿਊ ਕੰਜ਼ਿਊਮਰਸ ਕੀ ਉਹਨੇ ਡਿਕਰੀਜ਼, ਜਦੋਂ ਕੋਈ ਕੰਪਨੀ ਦਾ ਜਾਂ ਦੇ ਪ੍ਰੋਡਕਟਸ ਦਾ ਜਿਹੜਾ ਪ੍ਰਾਈਸ ਹੈਗਾ ਉਹ ਇਨਕਰੀਜ਼ ਕਰ ਦਿੰਦੀ ਹੈਗੀ ਆ, ਤਾਂ ਉਹਦੇ ਨਾਲ ਕੀ ਹੁੰਦਾ, ਐਸ ਏ ਰਿਜ਼ਲਟ ਜਿਹੜੇ ਉਹਦੇ ਓਲਡ ਕੰਜ਼ਿਊਮਰਸ ਹੁੰਦੇ ਆ ਉਹ ਵੀ ਉਸ ਕੰਪਨੀ ਨੂੰ ਲੈਫਟ ਕਰ ਦਿੰਦੇ, ਉਸ ਪ੍ਰੋਡਕਟ ਨੂੰ ਛੱਡ ਦਿੰਦੇ ਆ ਖਰੀਦਣਾ। ਸੋ ਉਹੀ ਚੀਜ਼ ਐਰੋ ਨਾਲ ਆਪਾਂ ਡਿਨੋਟ ਕੀਤੀ ਹੈ, ਸ਼ੋ ਕੀਤੀ ਹੈ। ਵੈਨ ਦਾ ਪ੍ਰਾਈਸ ਆਫ ਐਨੀ ਪ੍ਰੋਡਕਟ ਇਨਕਰੀਜ਼, ਨਿਊ ਕੰਜ਼ਿਊਮਰਸ ਕੀ ਹੋ ਜਾਣਗੇ, ਲੋ ਹੋ ਜਾਣਗੇ, ਡਿਕਰੀਜ਼ ਹੋ ਜਾਣਗੇ, ਐਂਡ ਡਿਮਾਂਡ ਫॉर ਡੈਟ ਪ੍ਰੋਡਕਟ ਇਜ਼ ਆਲਸੋ ਡਿਕਰੀਜ਼. So last point is different uses. Different uses means there is so many products which are used for making different products. ठीक है, like take the example of the milk. Milk is used for making tea, for drinking purpose, for making curd, cheese, butter, and so etc. So when the price of the milk is increased,
ਇਟ ਇਜ਼ ਯੂਜ਼ ਫॉर द डिफरेंट यूज़ ਲਾਈਕ ਜੇਕਰ ਜੇ ਮਿਲਕ ਦਾ ਜਿਹੜਾ ਪ੍ਰਾਈਸ ਹੈਗਾ ਉਹ ਇਨਕਰੀਜ਼ ਹੋ ਜਾਊਗਾ ਤਾਂ ਆਪਾਂ ਜਿਹੜੀ ਉਹਦੀ ਯੂਜ਼ਰਸ ਆ ਜਿਹੜੀ ਉਹਦੀ ਆਪਾਂ ਵਰਤੋਂ ਕਰਨੀ ਉਹਨੂੰ ਆਪਾਂ ਡਿਕਰੀਜ਼ ਕਰ ਦਾਂਗੇ, ਲੋ ਕਰ ਦਾਂਗੇ। ਲਾਈਕ ਜੇਕਰ ਪ੍ਰਾਈਸ ਇਨਕਰੀਜ਼ ਆ ਤਾਂ ਵੀ ਯੂਜ਼ ਮਿਲਕ ਓਨਲੀ ਫॉर द ਡਰਿੰਕਿੰਗ ਪਰਪਜ਼ ਔਰ ਫॉर द टी। So demand for that product is also decrease, but when the price of that product is decrease, then we use milk for ਲਾਈਕ ਡਰਿੰਕਿੰਗ ਪਰਪਸ, ਚੀਜ਼ ਬਣਾਉਣ ਲਈ ਯੂਜ਼ ਕਰ ਸਕਦੇ ਹਾਂ ਆਪਾਂ ਨੂੰ, ਕਰਡ ਬਣਾਉਣ ਲਈ ਯੂਜ਼ ਕਰ ਸਕਦੇ ਹਾਂ, ਬਟਰ ਬਣਾਉਣ ਲਈ ਯੂਜ਼ ਕਰਦੇ ਹਾਂ ਆਪਾਂ ਉਹਨੂੰ, ਖੀਰ ਵਗੈਰਾ ਆਪਦੇ ਜਿਹੜੇ ਬਣਾਉਣ ਲਈ ਯੂਜ਼ ਕਰ ਸਕਦੇ ਹੈਗੇ ਆ। ਸੋ ਦਾ ਡਿਮਾਂਡ ਫॉर ਡੈਟ ਪ੍ਰੋਡਕਟ ਇਜ਼ ਆਲਸੋ increase. So this is a full-fledged question, like why demand curve slopes downward. Hope you understand. Thank you.